ਹੈਲੋ ਫਰੈਂਡਸ, YouTube ਚੈਨਲ ਸੋਸ਼ੋ ਕਲਾਸਿਸ ਵਿੱਚ ਤੁਹਾਡਾ ਸਵਾਗਤ ਹੈ। ਅੱਜ ਅਸੀਂ ਡਿਪਰੈਸ਼ਨ ਨਾਲ ਸੰਬੰਧਿਤ ਪੁਸਤਕ ਪੜ੍ਹਨ ਜਾ ਰਹੇ ਹਾਂ ਕਿਉਂਕਿ ਡਿਪਰੈਸ਼ਨ ਦੀ ਸਮੱਸਿਆ ਅੱਜ ਦੇ ਸਮੇਂ ਵਿੱਚ ਬਹੁਤ ਵੱਧਦੀ ਜਾ ਰਹੀ ਹੈ। ਇਸ ਦਾ ਹੱਲ ਕੱਢਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਇਸ ਨਾਲ ਸੰਬੰਧਿਤ ਡਾਕਟਰ ਪੌਲ ਹੌਕ ਦੀ ਪੁਸਤਕ ਡਿਪਰੈਸ਼ਨ ਇਹ ਕਿਉਂ ਹੁੰਦਾ ਹੈ, ਇਸ ਉੱਤੇ ਕਿਵੇਂ ਕਾਬੂ ਪਾਇਆ ਜਾਵੇ ਨੂੰ ਪੜ੍ਹਨ ਜਾ ਰਹੇ ਹਾਂ। ਇਸ ਦੇ ਅਨੁਵਾਦਕ ਬਲਕਾਰ ਸਿੱਧੂ ਜੀ ਹਨ। ਇਹ ਪੁਸਤਕ ਡਿਪਰੈਸ਼ਨ ਦੇ ਹਰ ਰੋਗੀ ਲਈ ਹੈ। ਇਹ ਉਹਨਾਂ ਲਈ ਵੀ ਹੈ ਜੋ ਡਿਪਰੈਸ਼ਨ ਦੇ ਰੋਗੀਆਂ ਦਾ ਇਲਾਜ ਕਰਨ ਲਈ ਯਤਨਸ਼ੀਲ ਰਹਿੰਦੇ ਹਨ। ਪੁਸਤਕ ਡਿਪਰੈਸ਼ਨ ਦੇ ਦੌਰਿਆਂ ਤੋਂ ਨਿਜਾਤ ਦਿਵਾਉਣ ਲਈ ਬਹੁਤ ਸਾਰੇ ਪ੍ਰੈਕਟੀਕਲ ਹੱਲ ਦੱਸਦੀ ਹੈ। ਡਾਕਟਰ ਹੌਕ ਸਾਈਕੈਟ੍ਰਿਸਟ ਹਨ। ਉਹ ਮਨੋਵਿਗਿਆਨਿਕ ਡਿਪਰੈਸ਼ਨ ਦੇ 3 ਮੂਲ ਕਾਰਨ ਦੱਸਦੇ ਹਨ। ਫਸਟ, ਆਤਮਦੋਸ਼। ਸੈਕਿੰਡ, ਆਤਮਦਇਆ। ਐਂਡ ਥਰਡ, ਤਰਸ। ਦੂਜਿਆਂ ਦੀਆਂ ਕਮਜ਼ੋਰੀਆਂ ਅਤੇ ਅਸਫਲਤਾਵਾਂ ਨਾਲ ਜ਼ਰੂਰਤ ਤੋਂ ਜ਼ਿਆਦਾ ਨੇੜਤਾ, ਜਿਸ ਸਦਕਾ ਉਹ ਖੁਦ ਤਾਂ ਡਿਪਰੈਸ਼ਨ ਵਿੱਚ ਚਲੇ ਹੀ ਜਾਂਦੇ ਹਨ ਅਤੇ ਦੂਜੇ ਬੰਦੇ ਦੀ ਅਸਫਲਤਾ ਦਾ ਵੀ ਕਾਰਨ ਬਣ ਜਾਂਦੇ ਹਨ। ਡਾਕਟਰ ਹੌਕ ਨੇ ਆਪਣੀ ਗੱਲ ਸਮਝਾਉਣ ਲਈ ਲੋੜੀਂਦੀਆਂ ਕੇਸ ਹਿਸਟਰੀਆਂ ਵੀ ਦਰਜ ਕੀਤੀਆਂ ਹਨ। ਇਸ ਵਿਸ਼ੇ 'ਤੇ ਪੰਜਾਬੀ ਵਿੱਚ ਆਉਣ ਵਾਲੀ ਇਹ ਬਹੁਤ ਹੀ ਮਹੱਤਵਪੂਰਨ ਪੁਸਤਕ ਹੈ। ਇਸ ਨੂੰ 5 ਅਧਿਆਵਾਂ ਦੇ ਵਿੱਚ ਡਿਵਾਈਡ ਕੀਤਾ ਗਿਆ ਹੈ। ਇਸ ਨੂੰ ਅਧਿਆਵਾਂ ਦੇ ਅਕੋਰਡਿੰਗ ਹੀ ਅਸੀਂ ਇੱਥੇ ਇਸ ਨੂੰ ਡਿਸਕਸ ਕਰਾਂਗੇ, ਜਿਸ ਤੋਂ ਕਿ ਤੁਹਾਨੂੰ ਆਪਣੀਆਂ ਬਹੁਤ ਸਾਰੀਆਂ ਸਮੱਸਿਆਵਾਂ ਦੇ ਹੱਲ ਮਿਲ ਜਾਣਗੇ। ਇਸ ਤੋਂ ਇਲਾਵਾ ਤੁਸੀਂ ਆਪਣੇ ਸਾਥੀ, ਸੰਬੰਧੀ, ਰਿਸ਼ਤੇਦਾਰਾਂ ਦੀ ਡਿਪਰੈਸ਼ਨ ਦੀ ਸਮੱਸਿਆ ਤੋਂ ਵੀ ਨਿਜਾਤ ਪਾ ਸਕਦੇ ਹੋ। ਸੋ ਇਸ ਨੂੰ ਅਸੀਂ ਆਰੰਭ ਕਰਨ ਜਾ ਰਹੇ ਹਾਂ। ਫਸਟ ਚੈਪਟਰ ਹੈ ਡਿਪਰੈਸ਼ਨ ਉੱਤੇ ਇੱਕ ਨਵੀਂ ਝਾਤ। ਲੇਖਕ ਲਿਖਦਾ ਹੈ, ਗ੍ਰੈਜੂਏਸ਼ਨ ਕਰਨ ਉਪਰੰਤ ਮੈਂ ਇੱਕ ਸਮਾਜਿਕ ਮਾਨਸਿਕ ਸਿਹਤ ਕੇਂਦਰ ਵਿੱਚ ਕੰਮ ਕਰਨਾ ਆਰੰਭ ਕਰ ਦਿੱਤਾ। ਉੱਥੇ ਜਿਹੜਾ ਵੀ ਵਿਅਕਤੀ ਮੇਰੇ ਕੋਲ ਇਲਾਜ ਲਈ ਆਉਂਦਾ, ਉਸ ਦੀ ਮਨੋਦਸ਼ਾ ਵਿਗੜੀ ਹੋਈ ਹੁੰਦੀ, ਜਦ ਕਿ ਕਈ ਵਾਰ ਤਾਂ ਉਸ ਦੀ ਮਨੋਦਸ਼ਾ ਬਹੁਤ ਵਿਗੜੀ ਹੁੰਦੀ ਅਤੇ ਕਈ ਵਾਰ ਉਹ ਸਧਾਰਨ ਹਾਲਤ ਵਿੱਚ ਹੁੰਦਾ। ਪਰ ਮੇਰਾ ਸਭ ਤੋਂ ਵਧੇਰੇ ਪਰੇਸ਼ਾਨ ਕਰਨ ਵਾਲਾ ਮਰੀਜ਼ ਉਹ ਸੀ ਜਿਸ ਦੀ ਮਨੋਦਸ਼ਾ ਇੱਕਦਮ ਬਹੁਤ ਵਿਗੜ ਜਾਂਦੀ ਅਤੇ ਬਹੁਤ ਦੇਰ ਤੱਕ ਉਸ ਦੀ ਇਹੋ ਹਾਲਤ ਰਹਿੰਦੀ। ਸਫਾਖਾਨਾ ਮਨੋਵਿਗਿਆਨਿਕ ਵਜੋਂ ਨਵੇਂ ਵਿਅਕਤੀ ਲਈ ਇਹ ਇੱਕ ਬਹੁਤ ਵੱਡੀ ਵੰਗਾਰ ਸੀ। ਉਹ ਕੁੜੀ ਜਿਸ ਦਾ ਮੈਂ ਜ਼ਿਕਰ ਕਰ ਰਿਹਾ ਹਾਂ, ਬਹੁਤ ਸਿਆਣੀ, ਚੰਗੀ ਪੜ੍ਹੀ ਲਿਖੀ ਅਤੇ ਸਰਦੇ ਪੁੱਜਦੇ ਘਰਾਣੇ ਵਿੱਚੋਂ ਸੀ। ਉਹ ਆਪਣੇ ਘਰ ਵਿੱਚ ਹੀ ਰਹਿੰਦੀ ਸੀ, ਪਰ ਉਹ ਇਤਨੀ ਜ਼ਿਆਦਾ ਉਦਾਸ ਰਹਿੰਦੀ ਸੀ ਕਿ ਅਜਿਹੀ ਸਥਿਤੀ ਵਿੱਚ ਰਹਿਣ ਵਾਲੇ ਕਿਸੇ ਹੋਰ ਵਿਅਕਤੀ ਦੀ ਇਤਨੀ ਭੈੜੀ ਹਾਲਤ ਨਹੀਂ ਹੋ ਸਕਦੀ। ਇਹਨਾਂ ਕਾਰਨਾਂ ਕਰਕੇ ਮੈਨੂੰ ਇਹ ਸਮਝਣ ਵਿੱਚ ਬੜੀ ਮੁਸ਼ਕਿਲ ਪੇਸ਼ ਆ ਰਹੀ ਸੀ ਕਿ ਅਜਿਹਾ ਕੀ ਕਾਰਨ ਹੋ ਸਕਦਾ ਹੈ ਜਿਸ ਕਰਕੇ ਉਹ ਇਤਨੀ ਉਦਾਸੀਨ ਰਹਿੰਦੀ ਹੈ ਤੇ ਆਖਿਰਕਾਰ ਉਹ ਖੁਸ਼ ਕਿਉਂ ਨਹੀਂ ਰਹਿ ਸਕਦੀ। ਪਰ ਰੂਥ ਇਹ ਉਸ ਦਾ ਅਸਲੀ ਨਾਂ ਨਹੀਂ ਹੈ। ਦੇ ਡਿਪਰੈਸ਼ਨ ਦਾ ਇਤਿਹਾਸ ਬੜਾ ਲੰਮਾ ਹੈ। ਉਸ ਸਮੇਂ ਉਸ ਦੀ ਉਮਰ ਲਗਭਗ 25 ਸਾਲ ਸੀ ਅਤੇ ਉਸ ਦੀ ਇਹ ਉਦਾਸੀਨ ਮਨੋਦਸ਼ਾ ਬਚਪਨ ਤੋਂ ਹੀ ਚੱਲੀ ਆ ਰਹੀ ਸੀ। ਜਿੱਥੋਂ ਤੱਕ ਮੈਨੂੰ ਯਾਦ ਹੈ, ਉਹ ਪਹਿਲਾਂ ਵੀ 2-3 ਵਾਰ ਹਸਪਤਾਲ ਰਹਿ ਆਈ ਸੀ ਅਤੇ ਉਸ ਨੇ ਦਵਾਈਆਂ ਦੇ ਕੁਝ ਕੋਰਸ ਵੀ ਪੂਰੇ ਕਰ ਲਏ ਸਨ। ਰੂਥ ਮਾਨਸਿਕ ਸਿਹਤ ਕੇਂਦਰ ਵਿੱਚ ਆਮ ਆਉਂਦੀ ਰਹਿੰਦੀ ਸੀ ਅਤੇ ਕੇਂਦਰ ਦੇ ਅਮਲੇ ਦੇ ਲਗਭਗ ਸਾਰੇ ਵਿਅਕਤੀਆਂ ਨੇ ਉਸ ਦੇ ਡਿਪਰੈਸ਼ਨ ਦਾ ਇਲਾਜ ਕਰਨ ਦਾ ਯਤਨ ਕੀਤਾ ਸੀ। ਇਲਾਜ ਦੇ ਪਹਿਲੇ ਹਫ਼ਤਿਆਂ ਦੌਰਾਨ ਤਾਂ ਮੈਂ ਉਸ ਲਈ ਕੁਝ ਨਹੀਂ ਕਰ ਸਕਿਆ। ਇਸ ਦੌਰਾਨ ਉਸ ਦੀ ਇਹ ਹਾਲਤ ਰਹੀ ਕਿ ਉਹ ਵਧੇਰੇ ਉਦਾਸ, ਵਧੇਰੇ ਬੇਸਹਾਰਾ ਹੋ ਗਈ ਅਤੇ ਉਸ ਨੂੰ ਇਹ ਯਕੀਨ ਹੋ ਗਿਆ ਕਿ ਉਹ ਆਪਣੀ ਉਦਾਸੀਨ ਮਨੋਦਸ਼ਾ ਵਿੱਚੋਂ ਕਦੇ ਬਾਹਰ ਨਹੀਂ ਆ ਸਕੇਗੀ ਅਤੇ ਉਸ ਨੇ ਮੈਨੂੰ ਇਹ ਯਕੀਨ ਦਿਵਾਉਣਾ ਆਰੰਭ ਕਰ ਦਿੱਤਾ ਕਿ ਉਹ ਠੀਕ ਸੋਚਦੀ ਸੀ। ਮੈਂ ਘੰਟਿਆਂ ਬੱਧੀ ਬੜੀ ਹਮਦਰਦੀ ਨਾਲ ਉਸ ਦੀਆਂ ਗੱਲਾਂ ਸੁਣਦਾ ਰਹਿੰਦਾ। ਫਰਾਇਡ ਦੇ ਸਿਧਾਂਤਾਂ ਅਨੁਸਾਰ, ਜਿਵੇਂ ਕਿ ਮੈਨੂੰ ਸਿਖਲਾਈ ਦਿੱਤੀ ਗਈ ਸੀ, ਮੈਂ ਉਸ ਦੇ ਸੁਪਨਿਆਂ ਦਾ ਵਿਸ਼ਲੇਸ਼ਣ ਕੀਤਾ। ਮੈਂ ਉਸ ਨੂੰ ਉਸ ਦੇ ਬਚਪਨ ਵਿੱਚ ਲੈ ਗਿਆ ਅਤੇ ਉਸ ਸਮੇਂ ਦੀਆਂ ਗੱਲਾਂ ਉਸ ਤੋਂ ਪੁੱਛਦਾ ਰਿਹਾ ਤਾਂ ਜੋ ਪਤਾ ਕਰ ਸਕਾਂ ਕਿ ਉਸ ਦੀ ਇਹ ਦਸ਼ਾ ਕਿਵੇਂ ਹੋਈ। ਥੋੜ੍ਹੇ ਸ਼ਬਦਾਂ ਵਿੱਚ ਮੈਂ ਉਹ ਸਭ ਕੁਝ ਕੀਤਾ ਜਿਸ ਬਾਰੇ ਮੈਨੂੰ ਸਿਖਲਾਈ ਦਿੱਤੀ ਗਈ ਸੀ, ਪਰ ਇਸ ਨਾਲ ਉਸ ਨੂੰ ਕੋਈ ਲਾਭ ਨਾ ਹੋਇਆ। ਇਸ ਦੇ ਉਲਟ, ਜਦ ਉਸ ਨੂੰ ਪਤਾ ਲੱਗਦਾ ਕਿ ਮੈਂ ਆਪਣੇ ਪ੍ਰਤੀ ਵਧੇਰੇ ਬੇਯਕੀਨਾ ਹੁੰਦਾ ਜਾ ਰਿਹਾ ਸੀ ਤਾਂ ਉਹ ਹੋਰ ਵੀ ਵਧੇਰੇ ਰੋਣ ਲੱਗ ਪੈਂਦੀ। ਫਿਰ ਉਸ ਨੇ ਮੇਰੇ ਦਫ਼ਤਰ ਜਾਣ ਤੋਂ ਪਹਿਲਾਂ ਰੋਜ਼ ਮੇਰੇ ਘਰ ਆਉਣਾ ਸ਼ੁਰੂ ਕਰ ਦਿੱਤਾ
ਤਾਂ ਜੋ ਮੈਨੂੰ ਦੱਸ ਸਕੇ ਕਿ ਉਸ ਲਈ ਨਵਾਂ ਦਿਨ ਆਰੰਭ ਕਰਨਾ ਬਹੁਤ ਮੁਸ਼ਕਿਲ ਹੋ ਗਿਆ ਹੈ ਅਤੇ ਮੈਂ ਉਸ ਦੀ ਕੁਝ ਮਦਦ ਕਰਾਂ ਤਾਂ ਜੋ ਉਹ ਕੁਝ ਹੋਰ ਹੌਸਲਾ ਕਰ ਸਕੇ। ਜਦੋਂ ਉਹ ਉਸ ਹਾਲਤ ਵਿੱਚ ਪਹੁੰਚ ਗਈ ਕਿ ਉਹ ਕ੍ਰਿਸਮਸ ਕਾਰਡਾਂ ਉੱਤੇ ਪਤਾ ਲਿਖ ਕੇ ਹਸਤਾਖਰ ਕਰਨ ਜੋਗੀ ਵੀ ਨਾ ਰਹੀ ਅਤੇ ਉਸ ਦੀ ਮਾਂ ਨੂੰ ਉਸ ਲਈ ਖਾਣਾ ਬਣਾਉਣਾ ਪਿਆ, ਤਾਂ ਉਦੋਂ ਮੈਂ ਮਹਿਸੂਸ ਕੀਤਾ ਕਿ ਹੁਣ ਮੈਨੂੰ ਆਪਣੇ ਢੰਗਾਂ ਬਾਰੇ ਗੰਭੀਰਤਾ ਨਾਲ ਵਿਚਾਰ ਕਰਨਾ ਚਾਹੀਦਾ ਹੈ ਅਤੇ ਆਪਣੀ ਸਮਝ ਅਨੁਸਾਰ ਉਹਨਾਂ ਵਿੱਚ ਤਬਦੀਲੀ ਕਰਨੀ ਚਾਹੀਦੀ ਹੈ। ਮੇਰੀ ਮਨੋਵਿਗਿਆਨਿਕ ਸਿਖਲਾਈ ਨੇ ਮੈਨੂੰ ਮਰੀਜ਼ਾਂ ਤੋਂ ਇਲਾਵਾ ਹੋਰਨਾਂ ਲੋਕਾਂ ਦਾ ਇਲਾਜ ਨਾ ਕਰਨ ਬਾਰੇ ਚੇਤਾਵਨੀ ਦਿੱਤੀ ਸੀ। ਇਸ ਲਈ ਮੈਂ ਆਪਣੀ ਇਸ ਕੁਦਰਤੀ ਪ੍ਰਵਿਰਤੀ ਅਨੁਸਾਰ ਰੂਥ ਦੀ ਮਾਂ ਨੂੰ ਉਸ ਨੂੰ ਇਕੱਲਿਆਂ ਛੱਡ ਦੇਣ ਲਈ ਨਹੀਂ ਪ੍ਰੇਰਿਆ। ਮੈਨੂੰ ਇਹ ਚੰਗੀ ਤਰ੍ਹਾਂ ਸਪਸ਼ਟ ਹੋ ਗਿਆ ਸੀ ਕਿ ਉਸ ਦੀ ਸਿਆਣੀ ਮਾਂ ਉਸ ਸਮੇਂ ਆਪਣੀ ਧੀ ਲਈ ਬਹੁਤ ਕੁਝ ਕਰ ਰਹੀ ਹੈ। ਜਦ ਵੀ ਕਦੇ ਉਸ ਨੂੰ ਕੋਈ ਦਿੱਕਤ ਪੇਸ਼ ਆਉਂਦੀ ਹੈ, ਉਸ ਦੇ ਕਮਜ਼ੋਰ ਹੋਣ ਤੋਂ ਪਹਿਲਾਂ ਹੀ ਉਸ ਦੀ ਮਾਂ ਉਸ ਦੀ ਮਦਦ ਕਰ ਦਿੰਦੀ ਅਤੇ ਰੂਥ ਨੇ ਕਦੇ ਖੁਦ ਕਿਸੇ ਮੁਸ਼ਕਿਲ ਜਾਂ ਗਲਤੀ ਦਾ ਸਾਹਮਣਾ ਨਹੀਂ ਸੀ ਕੀਤਾ। ਉਸ 'ਚ ਰੌਂ ਵਿਗੜ ਜਾਣ ਤੇ ਆਪਣੇ ਆਪ ਉਸ 'ਤੇ ਕਾਬੂ ਪਾ ਸਕਣ ਤੋਂ ਪਹਿਲਾਂ ਹੀ ਉਸ ਦੀ ਮਾਂ ਉਸ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਸੰਭਾਲ ਲੈਂਦੀ। ਸਹਾਇਤਾ ਮਿਲਣ ਤੇ ਰੂਥ ਨੂੰ ਨਿਜਾਤ ਮਿਲ ਤਾਂ ਜਾਂਦੀ, ਪਰ ਉਹ ਆਪਣੇ ਆਪ ਨੂੰ ਘਟੀਆ ਸਮਝਣ ਲੱਗ ਪੈਂਦੀ ਕਿ ਉਸ ਨੂੰ ਕਿਸੇ ਦੀ ਮਦਦ ਦੀ ਲੋੜ ਪਈ ਅਤੇ ਸਹਾਇਤਾ ਪ੍ਰਵਾਨ ਕਰ ਲੈਣ ਕਾਰਨ ਦੋਸ਼ੀ ਮਹਿਸੂਸ ਕਰਦੀ। ਆਪਣੇ ਪੇਸ਼ੇਵਰਾਨਾ ਵਿਕਾਸ ਦੀ ਇਸ ਅਵਸਥਾ ਦੌਰਾਨ ਮੈਂ ਕਦੇ ਇਹ ਮਹਿਸੂਸ ਨਾ ਕਰ ਸਕਿਆ ਕਿ ਮੈਂ ਉਸ ਨਾਲ ਗੱਲਬਾਤ ਕਰਕੇ ਉਸ ਨੂੰ ਬੱਚੇ ਵਾਂਗ ਆਪਣੇ ਆਪ ਨੂੰ ਬੇਬਸ ਮਹਿਸੂਸ ਕਰਾ ਕੇ ਆਪਣੇ ਆਪ ਨੂੰ ਦੋਸ਼ੀ ਸਮਝਣ ਤੋਂ ਮੁਕਤੀ ਦਿਵਾ ਸਕਾਂ। ਇਸ ਤੋਂ ਉਲਟ ਮੈਂ ਇਹ ਮਹਿਸੂਸ ਕੀਤਾ ਕਿ ਉਸ ਦੀ ਮਾਂ ਨੂੰ ਉਸ ਨੂੰ ਇਕੱਲੀ ਛੱਡ ਦੇਣ ਵਾਸਤੇ ਕਹਿ ਕੇ ਉਸ ਦੇ ਸੁਦਾਹ ਦਾ ਇਲਾਜ ਕਰਾਂ। ਮੈਂ ਉਸ ਦੀ ਮਾਂ ਨੂੰ ਸਲਾਹ ਲਈ ਬੁਲਾਇਆ ਅਤੇ ਦ੍ਰਿੜਤਾ ਨਾਲ ਉਸ ਨੂੰ ਆਖਿਆ ਕਿ ਉਹ ਆਪਣੀ ਲੜਕੀ ਨੂੰ ਹਰ ਰੋਜ਼ ਨਾ ਮਿਲਿਆ ਕਰੇ, ਨਾ ਰੋਜ਼ ਉਸ ਨੂੰ ਫੋਨ ਕਰਿਆ ਕਰੇ ਅਤੇ ਉਸ ਲਈ ਨਾ ਤਾਂ ਖੁਦ ਖਾਣਾ ਤਿਆਰ ਕਰਕੇ ਲਿਆਇਆ ਕਰੇ ਅਤੇ ਨਾ ਹੀ ਰੂਥ ਅਤੇ ਉਸ ਦੇ ਬੱਚਿਆਂ ਨੂੰ ਖਾਣੇ ਲਈ ਆਪਣੇ ਘਰ ਬੁਲਾਇਆ ਕਰੇ। ਖੁਸ਼ਕਿਸਮਤੀ ਨਾਲ ਰੂਥ ਦੀ ਮਾਂ ਨੇ ਮੇਰੀ ਸਲਾਹ ਮੰਨ ਲਈ ਅਤੇ ਜੋ ਕੁਝ ਮੈਂ ਕਰਨਾ ਚਾਹੁੰਦਾ ਸੀ ਸਮਝ ਗਈ। ਇਹ ਖਿਆਲ ਕਰਕੇ ਉਸ ਨੂੰ ਕੁਝ ਡਰ ਤਾਂ ਮਹਿਸੂਸ ਹੋਇਆ ਕਿ ਕੋਈ ਮਜ਼ਬੂਤ ਸਹਾਰਾ ਨਾ ਮਿਲਣ ਤੇ ਉਸ ਦੀ ਕਮਜ਼ੋਰ ਅਤੇ ਊਣੀ ਧੀ ਦਾ ਕੀ ਹਾਲ ਹੋਵੇਗਾ, ਪਰ ਉਸ ਨੇ ਮੇਰੀ ਸਲਾਹ ਮੰਨ ਲਈ ਅਤੇ ਉਸ ਤੋਂ ਦੂਰ ਹੋ ਗਈ। ਕੁਝ ਸਮਾਂ ਤਾਂ ਰੂਥ ਨੂੰ ਬਹੁਤ ਮੁਸ਼ਕਿਲ ਪੇਸ਼ ਆਈ, ਪਰ ਕਿਉਂ ਹੋਰ ਕੋਈ ਉਸ ਦਾ ਕੰਮ ਕਰਨ ਵਾਲਾ ਹੁਣ ਉਸ ਕੋਲ ਨਹੀਂ ਸੀ, ਇਸ ਲਈ ਉਸ ਨੇ ਆਪਣਾ ਕੰਮ ਆਪ ਕਰਨਾ ਸ਼ੁਰੂ ਕਰ ਦਿੱਤਾ। ਮੈਂ ਉਸ ਦਾ ਹੌਸਲਾ ਵਧਾਇਆ ਕਿ ਉਹ ਆਪਣਾ ਕੰਮ ਆਪ ਕਰੇ, ਆਪਣੇ ਆਪ ਤੋਂ ਬਹੁਤ ਜ਼ਿਆਦਾ ਆਸ ਨਾ ਕਰੇ ਅਤੇ ਆਪਣੀ ਥੋੜ੍ਹੀ ਸਫਲਤਾ ਨੂੰ ਵੀ ਲਾਹੇਵੰਦਾ ਸਮਝੇ। ਜੇ ਉਹ ਆਪਣੀ ਰਫ਼ਤਾਰ 'ਤੇ ਵੀ ਕੰਮ ਕਰਦੀ ਰਹੀ, ਮੈਨੂੰ ਯਕੀਨ ਸੀ ਕਿ ਉਸ ਵਿੱਚ ਆਤਮ ਵਿਸ਼ਵਾਸ ਪੈਦਾ ਹੋ ਜਾਵੇਗਾ। ਭਾਵੇਂ ਇਸ ਕੰਮ ਨੂੰ ਕਈ ਮਹੀਨੇ ਲੱਗ ਜਾਣ, ਜਿਵੇਂ ਕਿ ਮਨੋਵਿਗਿਆਨਿਕ ਤੌਰ 'ਤੇ ਮੈਨੂੰ ਚਾਹੀਦਾ ਸੀ ਕਿ ਮੈਂ ਉਸ ਨਾਲ ਕਿਸੇ ਖਾਸ ਗੱਲਬਾਤ ਦੀ ਥਾਵੇਂ ਸਧਾਰਨ ਜਿਹੀਆਂ ਗੱਲਾਂ ਕਰਦਾ ਰਹਿੰਦਾ। ਮੈਂ ਉਸ ਨੂੰ ਲਗਾਤਾਰ ਸਲਾਹ ਦਿੰਦਾ ਰਹਿੰਦਾ। ਉਹ ਮੇਰੀਆਂ ਗੱਲਾਂ ਸੁਣਦੀ ਰਹਿੰਦੀ, ਮੇਰੇ ਸੁਝਾਵਾਂ ਬਾਰੇ ਮੇਰੇ ਨਾਲ ਵਿਚਾਰ ਕਰਦੀ, ਘਰ ਜਾ ਕੇ ਮੇਰੀਆਂ ਕੁਝ ਇੱਕ ਸਲਾਹਾਂ 'ਤੇ ਅਮਲ ਵੀ ਕਰਦੀ ਅਤੇ ਅਗਲੇ ਹਫ਼ਤੇ ਆ ਕੇ ਉਸ ਬਾਰੇ ਮੈਨੂੰ ਦੱਸਦੀ। ਕੁਝ ਹਫ਼ਤਿਆਂ ਬਾਅਦ ਉਸ ਨੇ ਰੋਜ਼ ਮੇਰੇ ਘਰ ਆਉਣਾ ਛੱਡ ਦਿੱਤਾ। ਹੁਣ ਉਹ ਆਪਣੇ ਘਰ ਦੇ ਕੰਮ ਅਤੇ ਆਪਣੇ ਬੱਚਿਆਂ ਵਿੱਚ ਰੁਚੀ ਲੈਂਦੀ ਅਤੇ ਉਸ ਦੇ ਰੌਂ ਵਿੱਚ ਸੁਧਾਰ ਹੋਣ ਲੱਗ ਪਿਆ। ਗੱਲ ਕਿ 6 ਮਹੀਨਿਆਂ ਅੰਦਰ ਉਹ ਬਿਲਕੁਲ ਠੀਕ ਹੋ ਗਈ। ਮੈਂ ਆਪਣੀ ਇਸ ਸਫਲਤਾ ਨਾਲ ਇਤਨਾ ਖੁਸ਼ ਹੋਇਆ ਕਿ ਸਥਾਨਿਕ ਮਨੋਵਿਗਿਆਨਿਕਾਂ ਦੀ ਅਗਲੀ ਬੈਠਕ ਲਈ ਇੱਕ ਪੇਪਰ ਲਿਖਣਾ ਸ਼ੁਰੂ ਕਰ ਦਿੱਤਾ। ਉਸ ਪੇਪਰ ਵਿੱਚ ਮੈਂ ਇਹ ਵਿਸ਼ਲੇਸ਼ਣ ਕਰਨ ਦੀ ਕੋਸ਼ਿਸ਼ ਕੀਤੀ ਕਿ ਰੂਥ ਕਿਵੇਂ ਠੀਕ ਹੋਈ ਅਤੇ ਮੈਂ ਇਹ ਅੰਦਾਜ਼ਾ ਲਗਾਇਆ ਕਿ ਜੇਕਰ ਉਹ ਪਿਛਲੇ ਮਹੀਨਿਆਂ ਦੌਰਾਨ ਪਾਈਆਂ ਆਪਣੀਆਂ ਆਦਤਾਂ ਅਨੁਸਾਰ ਕੰਮ ਕਰਦੀ ਰਹੀ ਤਾਂ ਉਸ ਨੂੰ ਦੁਬਾਰਾ ਕੋਈ ਦੌਰਾ ਨਹੀਂ ਪਵੇਗਾ। ਆਪਣੇ ਉਸ ਵਿਸ਼ਲੇਸ਼ਣ ਉੱਤੇ ਦੁਬਾਰਾ ਵਿਚਾਰ ਕਰਨ 'ਤੇ ਹੁਣ ਮੈਂ ਮਹਿਸੂਸ ਕਰਦਾ ਹਾਂ ਕਿ ਮੇਰੀ ਸਮਝ ਉਸ ਸਮੇਂ ਕਿਤਨੀ ਊਣੀ ਸੀ ਅਤੇ ਰੂਥ ਕਾਫੀ ਜਲਦੀ ਠੀਕ ਹੋ ਸਕਦੀ ਸੀ। ਉਸ ਸਮੇਂ ਮੈਨੂੰ ਇਹ ਪਤਾ ਨਹੀਂ ਸੀ ਕਿ ਅਪਰਾਧ ਅਤੇ ਆਤਮ ਗਿਲਾਨੀ ਜਿਨ੍ਹਾਂ ਦਾ ਉਹ ਸ਼ਿਕਾਰ ਸੀ ਦਾ ਇਲਾਜ ਕਿਵੇਂ ਕੀਤਾ ਜਾਵੇ, ਜਿਸ ਕਾਰਨ ਮੈਂ ਇਹਨਾਂ ਵੱਲ ਸਰਸਰੀ ਧਿਆਨ ਦਿੱਤਾ ਸੀ। ਖੁਸ਼ਕਿਸਮਤੀ ਨਾਲ ਇਹ ਕੇਸ ਠੀਕ ਹੀ ਰਿਹਾ, ਪਰ ਇੱਕ ਹੋਰ ਕੇਸ ਵਿੱਚ ਕੁਝ ਜ਼ਿਆਦਾ ਹੀ ਮੁਸ਼ਕਿਲਾਂ ਪੇਸ਼ ਆਈਆਂ।
ਬੈਠਕ ਵਿੱਚ ਆਪਣੇ ਪਰਚੇ ਵਿੱਚ ਮੇਰੇ ਇਸ ਸੁਝਾਅ ਦੀ ਆਲੋਚਨਾ ਹੋਈ ਕਿ ਮੈਂ ਮਰੀਜ਼ ਵਿੱਚ ਸਥਾਈ ਤਬਦੀਲੀ ਲੈ ਆਂਦੀ ਸੀ। ਉੱਥੇ ਇੱਕ ਬਹੁਤ ਸਿਆਣੇ ਮਨੋਵਿਗਿਆਨੀ ਨੇ ਮੈਨੂੰ ਬੜੇ ਪਿਆਰ ਨਾਲ ਸਮਝਾਇਆ ਕਿ ਮੈਂ ਰੂਥ ਨੂੰ ਕਿਵੇਂ ਦੁਬਾਰਾ ਠੀਕ ਢੰਗ ਨਾਲ ਕੰਮ ਕਰਨ ਯੋਗ ਬਣਾਇਆ ਸੀ ਅਤੇ ਇਸ ਗੱਲ ਦੀ ਚੇਤਾਵਨੀ ਦਿੱਤੀ ਕਿ ਮੈਂ ਉਸ ਉੱਤੇ ਦੁਬਾਰਾ ਦੌਰੇ ਬਿਲਕੁਲ ਨਾ ਪੈਣ ਬਾਰੇ ਬਹੁਤਾ ਆਸ਼ਾਵਾਦੀ ਨਾ ਰਹਾਂ। ਹਰ ਕੋਈ ਜਾਣਦਾ ਹੀ ਹੈ ਕਿ ਇਹ ਦੌਰੇ ਮਾਨਸਿਕ ਸਮੱਸਿਆ ਹਨ ਅਤੇ ਇਹ ਨਿਸ਼ਚਿਤ ਅੰਤਰਾਲ ਬਾਅਦ ਪੈਂਦੇ ਰਹਿੰਦੇ ਹਨ। ਰੂਥ ਨੂੰ ਅਜਿਹੇ ਕਈ ਅੰਤਰਾਲਾਂ ਤੋਂ ਇਹ ਦੌਰੇ ਨਹੀਂ ਪਏ ਅਤੇ ਮੈਨੂੰ ਵਿਸ਼ਵਾਸ ਸੀ ਕਿ ਅੱਗੋਂ ਵੀ ਨਹੀਂ ਪੈਣਗੇ। ਇਹ 20 ਸਾਲ ਪਹਿਲਾਂ ਦੀ ਗੱਲ ਹੈ। ਰੂਥ ਉੱਤੇ ਇਸ ਸਾਰੇ ਸਮੇਂ ਦੌਰਾਨ ਸਿਰਫ ਇੱਕ ਵਾਰ ਦੌਰਾ ਪਿਆ। ਉਹ ਇਸ ਸਮੇਂ ਦੌਰਾਨ ਕਾਲਜ ਜਾਂਦੀ ਰਹੀ, ਆਪਣਾ ਕੰਮ ਕਰਦੀ ਅਤੇ ਸਾਰੇ ਸਮੇਂ ਆਪਣਾ ਨਿਰਵਾਹ ਆਪ ਹੀ ਕਰਦੀ ਰਹੀ। ਉਸ ਦੇ ਠੀਕ ਰਹਿਣ ਦੇ ਸਬੂਤ ਵਜੋਂ ਮੈਨੂੰ ਹਰ ਸਾਲ ਕ੍ਰਿਸਮਸ ਦਾ ਤੋਹਫਾ ਉਸ ਵੱਲੋਂ ਆਉਂਦਾ ਰਿਹਾ, ਜਿਸ ਉੱਤੇ ਕਦੇ ਬਿਮਾਰ ਰਹੀ ਉਸ ਇਸਤਰੀ ਨੇ ਕੇਵਲ ਆਪਣਾ ਛੋਟਾ ਜਿਹਾ ਨਾਂ ਰੂਥ ਲਿਖਿਆ ਹੁੰਦਾ। ਡਿਪਰੈਸ਼ਨ ਸੰਬੰਧੀ ਇੱਕ ਨਵਾਂ ਸਿਧਾਂਤ। ਮੈਂ ਤੁਹਾਡੀ ਕਿਵੇਂ ਸਹਾਇਤਾ ਕਰ ਸਕਦਾ ਹਾਂ? ਸਵਾਲ ਮੈਂ ਆਪਣੇ ਕੋਲ ਮਾਨਸਿਕ ਰੋਗਾਂ ਦਾ ਇਲਾਜ ਕਰਵਾਉਣ ਲਈ ਆਉਣ ਵਾਲੇ ਬਹੁਤ ਸਾਰੇ ਵਿਅਕਤੀਆਂ ਨੂੰ ਪੁੱਛਦਾ ਹਾਂ। ਉਹਨਾਂ ਵਿੱਚੋਂ ਬਹੁਤਿਆਂ ਦਾ ਉੱਤਰ ਇਹ ਹੁੰਦਾ ਕਿ ਉਹ ਉਦਾਸ ਰਹਿੰਦੇ ਹਨ। ਕਈ ਸਾਲਾਂ ਦੇ ਤਜਰਬੇ ਤੋਂ ਮੈਨੂੰ ਇਹ ਸਪਸ਼ਟ ਹੋ ਗਿਆ ਕਿ ਡਿਪਰੈਸ਼ਨ ਇੱਕ ਆਮ ਸਮੱਸਿਆ ਹੈ, ਕਿਉਂਕਿ ਅਸਲ ਵਿੱਚ ਜਿਸ ਦਾ ਵੀ ਮੈਂ ਇਲਾਜ ਕੀਤਾ ਹੈ ਜਾਂ ਜਿਸ ਨੂੰ ਸਧਾਰਨ ਤੌਰ ਤੇ ਮਿਲਿਆ ਹਾਂ, ਉਹ ਅਨੇਕ ਵਾਰ ਡਿਪਰੈਸ਼ਨ ਦੇ ਅਜਿਹੇ ਦੌਰਿਆਂ ਵਿੱਚੋਂ ਲੰਘੇ ਹੋਏ ਸਨ, ਜਿਨ੍ਹਾਂ ਵਿੱਚੋਂ ਕੁਝ ਤਾਂ ਨਰਮ ਸਨ ਪਰ ਕਈ ਬਹੁਤ ਜ਼ਬਰਦਸਤ। ਜਦ ਮੈਂ ਡਿਪਰੈਸ਼ਨ ਦੇ ਦੌਰਿਆਂ ਦੇ ਇਹਨਾਂ ਅੰਤਰਾਲਾਂ ਦਾ ਹੋਰਨਾਂ ਮਾਨਸਿਕ ਉਲਝਣਾਂ ਨਾਲ ਮੁਕਾਬਲਾ ਕਰਦਾ ਹਾਂ ਤਾਂ ਮੈਂ ਮਹਿਸੂਸ ਕਰਦਾ ਹਾਂ ਕਿ ਡਰ ਵੀ ਡਿਪਰੈਸ਼ਨ ਵਾਂਗ ਹੀ ਆਮ ਹੈ, ਪਰ ਗੁੱਸਾ ਇਹਨਾਂ ਦੇ ਮੁਕਾਬਲੇ ਵਧੇਰੇ ਆਮ ਹੈ। ਮੈਂ ਇਸ ਪੁਸਤਕ ਵਿੱਚ ਗੁੱਸੇ ਬਾਰੇ ਵੀ ਵਿਚਾਰ ਕਰਾਂਗਾ, ਕਿਉਂਕਿ ਹੁਣੇ ਜਿਹੇ ਇਸ ਵਿਸ਼ੇ ਬਾਰੇ ਕੁਝ ਚੰਗੀ ਸਮੱਗਰੀ ਪ੍ਰਕਾਸ਼ਿਤ ਹੋਈ ਸੀ, ਪਰ ਡਿਪਰੈਸ਼ਨ ਬਾਰੇ ਅਜੇ ਬਹੁਤਾ ਕੁਝ ਨਹੀਂ ਲਿਖਿਆ ਗਿਆ ਹੈ। ਇਸ ਸਥਿਤੀ ਬਾਰੇ ਭਾਵੇਂ ਲਿਖਿਆ ਤਾਂ ਜਾ ਚੁੱਕਾ ਹੈ, ਪਰ ਢੰਗ ਨਾਲ ਨਹੀਂ ਜਿਸ ਤੋਂ ਆਮ ਪਾਠਕਾਂ ਨੂੰ ਕੋਈ ਲਾਭ ਹੋ ਸਕੇ। ਮੈਂ ਇਸ ਪੁਸਤਕ ਰਾਹੀਂ ਮਾਨਸਿਕ ਰੋਗਾਂ ਬਾਰੇ ਸਭ ਤੋਂ ਤਾਜ਼ਾ ਗੱਲਾਂ ਦੂਜਿਆਂ ਤੱਕ ਪਹੁੰਚਾਉਂਦਾ ਹਾਂ ਅਤੇ ਉਹਨਾਂ ਸਾਹਮਣੇ ਡਿਪਰੈਸ਼ਨ ਬਾਰੇ ਆਪਣਾ ਇਹ ਅਜਿਹਾ ਸਿਧਾਂਤ ਪੇਸ਼ ਕਰਦਾ ਹਾਂ ਜਿਹੜਾ ਮੈਂ ਸੈਂਕੜੇ ਕੇਸਾਂ ਦੇ ਡਿਪਰੈਸ਼ਨ ਤਜਰਬੇ ਤੋਂ ਬਾਅਦ ਤਿਆਰ ਕੀਤਾ ਹੈ। ਸਭ ਤੋਂ ਪਹਿਲਾਂ ਮੈਂ ਡਿਪਰੈਸ਼ਨ ਦੇ ਸਿਧਾਂਤ ਨੂੰ ਆਪਣੇ ਰੌਂ ਉੱਤੇ ਲਾਗੂ ਕੀਤਾ, ਜਿਸ ਨਾਲ ਮੇਰੀ ਮਾਨਸਿਕ ਹਾਲਤ ਵਿੱਚ ਸੁਧਾਰ ਹੋ ਗਿਆ, ਵਰਨਾ ਮੇਰੀ ਹਾਲਤ ਬਹੁਤ ਹੀ ਵਿਗੜ ਗਈ ਹੁੰਦੀ। ਆਪਣੀ ਇਸ ਵਿਚਾਰਧਾਰਾ ਨੂੰ ਅਮਲੀ ਰੂਪ ਦੇਣ ਤੋਂ ਪਹਿਲਾਂ ਮੈਨੂੰ ਵੀ ਹੋਰਨਾਂ ਵਾਂਗ ਦੁੱਖਾਂ ਸੰਬੰਧੀ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ। ਅਪਰਵਾਨ ਹੋ ਜਾਣ 'ਤੇ ਮੈਂ ਆਪਣੇ ਆਪ ਨੂੰ ਘਟੀਆ ਅਤੇ ਦੋਸ਼ੀ ਸਮਝਣ ਲੱਗ ਪੈਂਦਾ ਅਤੇ ਕਈ ਘੰਟੇ ਅਤੇ ਕਈ ਵਾਰ ਤਾਂ ਕਈ ਦਿਨਾਂ ਤੱਕ ਮੈਂ ਆਪਣੇ ਆਪ ਵਿੱਚ ਹੀ ਸਮਾਇਆ ਰਹਿੰਦਾ ਅਤੇ ਤਦ ਕਿਤੇ ਇਸ ਹਾਲਤ ਵਿੱਚੋਂ ਉੱਭਰ ਸਕਦਾ। ਜੇ ਕੋਈ ਕੰਮ ਮੇਰੇ ਕੋਲੋਂ ਠੀਕ ਨਾ ਹੋ ਸਕਦਾ ਜਾਂ ਇਮਤਿਹਾਨ ਦੇ ਪਰਚੇ ਚੰਗੇ ਨਾ ਹੁੰਦੇ ਤਾਂ ਮੈਨੂੰ ਫਿਕਰ ਲੱਗ ਜਾਂਦਾ ਅਤੇ ਮੈਨੂੰ ਆਪਣੇ ਆਪ 'ਤੇ ਕਾਬੂ ਪਾਉਣ ਲਈ ਬਹੁਤ ਕੋਸ਼ਿਸ਼ ਕਰਨੀ ਪੈਂਦੀ। ਇਸ ਵਾਸਤੇ ਵੀ ਕਈ ਘੰਟੇ ਅਤੇ ਦਿਨ ਲੱਗ ਜਾਂਦੇ ਅਤੇ ਜਦ ਕਦੇ ਮੇਰੇ ਨਾਲ ਕੋਈ ਗਲਤ ਤਰ੍ਹਾਂ ਪੇਸ਼ ਆਉਂਦਾ ਤਾਂ ਮੈਨੂੰ ਆਪਣੇ ਆਪ ਉੱਤੇ ਤਰਸ ਆਉਣ ਲੱਗ ਪੈਂਦਾ। ਰੱਬ ਦਾ ਸ਼ੁਕਰ ਹੈ ਕਿ ਉਹ ਅਵਸਥਾ ਲੰਘ ਚੁੱਕੀ ਹੈ। ਮੇਰੀ ਜ਼ਿੰਦਗੀ ਵਿੱਚ ਅਨੇਕ ਹਾਦਸੇ ਹੋਏ ਹਨ, ਜਿਨ੍ਹਾਂ ਵਿੱਚੋਂ ਸਾਰੇ ਸੁਖਾਵੇਂ ਨਹੀਂ ਸਨ, ਪਰ ਮੈਨੂੰ ਬੜੀ ਤਸੱਲੀ ਹੈ ਕਿ ਮੇਰਾ ਵਿਆਹੁਤਾ ਜੀਵਨ ਬੜਾ ਸੁਖੀ ਹੈ। ਮੇਰੀਆਂ 3 ਪਿਆਰੀਆਂ ਬੱਚੀਆਂ ਹਨ ਅਤੇ ਮੇਰੇ ਮਾਤਾ-ਪਿਤਾ ਦੀ ਸਿਹਤ ਬਹੁਤ ਚੰਗੀ ਹੈ ਅਤੇ ਨਾ ਹੀ ਯੂਨੀਵਰਸਿਟੀ ਛੱਡਣ ਤੋਂ ਬਾਅਦ ਮੈਂ ਕਦੇ ਬੇਕਾਰ ਰਿਹਾ ਹਾਂ। ਇਸ ਲਈ ਜਿਨ੍ਹਾਂ ਕਾਰਨਾਂ ਕਰਕੇ ਹੋਰ ਲੋਕ ਉਦਾਸੀਨ ਰਹਿੰਦੇ ਹਨ, ਉਹਨਾਂ ਵਿੱਚੋਂ ਮੇਰੇ ਲਈ ਕੋਈ ਵੀ ਵਜ੍ਹਾ ਨਹੀਂ ਸੀ। ਮੈਨੂੰ ਯਕੀਨ ਹੈ ਕਿ ਜੇ ਜੀਵਨ ਦੇ ਇਹਨਾਂ ਪੱਖਾਂ ਵਿੱਚੋਂ ਮੇਰੇ ਉੱਤੇ ਕੋਈ ਬਦਕਿਸਮਤੀ ਆਉਂਦੀ ਤਾਂ ਮੇਰੀ ਪ੍ਰਤੀਕਿਰਿਆ ਵੀ ਬਹੁਤ ਤਿੱਖੀ ਹੋਣੀ ਸੀ। ਦਰਅਸਲ ਇਸ ਸਮੇਂ ਵੀ ਮੇਰੇ ਨਾਲ ਜੇ ਕੋਈ ਅਜਿਹਾ ਬੁਰਾ ਹਾਦਸਾ ਹੋ ਜਾਵੇ ਤਾਂ ਮੇਰੇ 'ਤੇ ਉਸ ਦਾ ਬਹੁਤ ਭੈੜਾ ਅਸਰ ਜ਼ਰੂਰ ਪਵੇਗਾ, ਪਰ ਮੈਨੂੰ ਇਹ ਵੀ ਯਕੀਨ ਹੈ ਕਿ ਮੈਂ ਅਜਿਹੀ ਸਥਿਤੀ ਦਾ ਹੁਣ ਵਧੇਰੇ ਚੰਗੀ ਤਰ੍ਹਾਂ ਸਾਹਮਣਾ ਕਰ ਸਕਾਂਗਾ, ਕਿਉਂਕਿ ਮੈਂ ਡਿਪਰੈਸ਼ਨ ਬਾਰੇ ਹੁਣ ਵਧੇਰੇ ਜਾਣਦਾ ਹਾਂ ਅਤੇ ਮੈਨੂੰ ਪਤਾ ਹੈ ਕਿ ਇਸ ਦਾ ਸਾਹਮਣਾ ਕਿਵੇਂ ਕਰਨਾ ਹੈ। ਇਸੇ ਲਈ ਪਿਛਲੇ ਕਈ ਸਾਲਾਂ ਤੋਂ ਮੈਂ ਕਦੇ ਉਦਾਸੀਨ ਨਹੀਂ ਹੋਇਆ ਅਤੇ ਨਾ ਹੀ ਉਹਨਾਂ ਬਾਰੇ ਮੈਨੂੰ ਕੁਝ
ਯਾਦ ਹੀ ਹੈ। ਮੈਂ ਬੁਰੇ ਸਮੇਂ ਦਾ ਮੁਕਾਬਲਾ ਕਰ ਸਕਦਾ ਹਾਂ ਬਸ਼ਰਤੇ ਕਿ ਉਹ ਬਹੁਤ ਜ਼ਿਆਦਾ ਭੈੜਾ ਨਾ ਹੋਵੇ, ਅਤੇ ਮੈਂ ਸੈਂਕੜੇ ਹੋਰ ਲੋਕਾਂ ਨੂੰ ਵੀ ਬਹੁਤ ਕੁਝ ਸਿਖਾਇਆ ਹੈ। ਇਹ ਇੱਕ ਅਹਿਮ ਨੁਕਤਾ ਹੈ। ਜ਼ਰੂਰੀ ਨਹੀਂ ਕਿ ਅਸੀਂ ਸਿਰਫ ਘਟਨਾਵਾਂ ਦੇ ਸਿਖਰਾਂ ਨਾਲ ਹੀ ਨਜਿੱਠਣਾ ਸਿੱਖੀਏ, ਬਲਕਿ ਆਮ ਜੀਵਨ ਦੀਆਂ ਸਧਾਰਨ ਘਟਨਾਵਾਂ ਦਾ ਸਾਹਮਣਾ ਕਰਨ ਦੀ ਜਾਂਚ ਸਿੱਖਣੀ ਵੀ ਜ਼ਰੂਰੀ ਹੈ। ਜੇਕਰ ਅਸੀਂ ਆਪ ਨਿਰਾਸ਼ਾ, ਅਸਫਲਤਾਵਾਂ ਜਾਂ ਅਪਰਵਾਨਗੀਆਂ ਨਾਲ ਨਜਿੱਠਣਾ ਸਿੱਖ ਲਈਏ ਤਾਂ ਅਸੀਂ ਡਿਪਰੈਸ਼ਨ ਉੱਤੇ ਕਾਫੀ ਹੱਦ ਤੱਕ ਕਾਬੂ ਪਾ ਸਕਾਂਗੇ। ਕਦੇ ਇਹ ਖਿਆਲ ਕੀਤਾ ਜਾਂਦਾ ਸੀ ਕਿ ਡਿਪਰੈਸ਼ਨ ਭੂਰੇ ਵਾਲਾਂ ਅਤੇ ਨੀਲੀਆਂ ਅੱਖਾਂ ਵਾਂਗ ਵਿਰਾਸਤ ਵਿੱਚ ਮਿਲੀ ਹੁੰਦੀ ਹੈ। ਇਸ ਲਈ ਕਾਫੀ ਲੰਮੇ ਸਮੇਂ ਤੱਕ ਇਸ ਵੱਲ ਕੋਈ ਧਿਆਨ ਨਾ ਦਿੱਤਾ ਗਿਆ। ਲੋਕਾਂ ਨੇ ਇਸ ਨੂੰ ਵਿਰਸੇ ਵਿੱਚ ਹਾਸਲ ਹੋਈ ਅਵਸਥਾ ਸਮਝਦੇ ਹੋਏ ਇਸ ਨੂੰ ਦੂਰ ਕਰਨ ਵੱਲ ਕੋਈ ਧਿਆਨ ਨਾ ਦਿੱਤਾ। ਪਰ ਵਿਚਾਰਾਂ ਵਿੱਚ ਤਬਦੀਲੀ ਆਉਣ ਨਾਲ ਡਾਕਟਰਾਂ ਨੇ ਦਵਾਈਆਂ ਅਤੇ ECT ਦੀ ਵਰਤੋਂ ਆਰੰਭ ਕਰ ਦਿੱਤੀ ਅਤੇ ਡਿਪਰੈਸ਼ਨ ਦਾ ਇਲਾਜ ਕਰਨ ਲੱਗੇ। ਸਧਾਰਨ ਡਿਪਰੈਸ਼ਨ, ਜਿਸ ਬਾਰੇ ਤੁਸੀਂ ਆਪਣੇ ਪਤੀ, ਪਤਨੀ ਜਾਂ ਚੰਗੇ ਮਿੱਤਰ ਨਾਲ ਗੱਲ ਕਰ ਸਕਦੇ ਹੋ, ਵੱਲ ਡਾਕਟਰਾਂ ਦਾ ਕੋਈ ਧਿਆਨ ਨਾ ਦਿੱਤਾ। ਇਸ ਲਈ ਇਸ ਬਾਰੇ ਕੋਈ ਅਧਿਐਨ ਅਤੇ ਵਿਆਖਿਆ ਨਾ ਹੋ ਸਕੀ। ਫਰਾਇਡ ਨੇ ਭਾਵੇਂ ਅਪਰਾਧ ਅਤੇ ਡਿਪਰੈਸ਼ਨ ਦਰਮਿਆਨ ਸਪਸ਼ਟ ਸੰਬੰਧ ਮਹਿਸੂਸ ਕੀਤਾ, ਪਰ ਬਾਅਦ ਵਿੱਚ ਉਸ ਦੀ ਵਿਚਾਰਧਾਰਾ ਗਲਤ ਪਾਸੇ ਵੱਲ ਮੁੜ ਗਈ ਜਦ ਉਸ ਨੇ ਇਸ ਗੱਲ 'ਤੇ ਜ਼ੋਰ ਦੇਣਾ ਸ਼ੁਰੂ ਕਰ ਦਿੱਤਾ ਕਿ ਅਪਰਾਧ ਦੀ ਭਾਵਨਾ ਉਦੋਂ ਪੈਦਾ ਹੁੰਦੀ ਹੈ ਜਦੋਂ ਬੱਚਾ ਆਪਣੇ ਮਾਤਾ-ਪਿਤਾ ਸੰਬੰਧੀ ਲਿੰਗ ਕਲਪਨਾਵਾਂ ਕਰਨ ਲੱਗ ਪੈਂਦਾ ਹੈ। ਉਸ ਦੇ ਦੂਜੇ ਵਿਚਾਰ ਦਰੁਸਤ ਤਾਂ ਸਨ, ਪਰ ਆਮ ਆਦਮੀ ਨੂੰ ਉਹਨਾਂ ਤੋਂ ਕੋਈ ਸਹਾਇਤਾ ਨਾ ਮਿਲੀ। ਹੋ ਸਕਦਾ ਹੈ ਕਿ ਸਾਡੇ ਸਾਰਿਆਂ ਵਿੱਚ ਡਿਪਰੈਸ਼ਨ ਦੀ ਪ੍ਰਵਿਰਤੀ ਜਨਮਜਾਤ ਹੋਵੇ, ਜਿਹੜੀ ਕਿਸੇ ਵਿੱਚ ਘੱਟ ਅਤੇ ਕਿਸੇ ਵਿੱਚ ਮੁਕਾਬਲਤਨ ਵੱਧ ਹੋ ਸਕਦੀ ਹੈ। ਪਰ ਉਪਰਾਮ ਹੋਣ ਦਾ ਸਿਰਫ ਇਹੋ ਇੱਕ ਕਾਰਨ ਨਹੀਂ ਹੈ। ਜੇਕਰ ਇਵੇਂ ਹੀ ਹੁੰਦਾ ਤਾਂ ਇਸ ਖੇਤਰ ਵਿੱਚ ਬਹੁਤਾ ਕੁਝ ਨਾ ਕੀਤਾ ਜਾ ਸਕਦਾ। ਇਸ ਦੇ ਉਲਟ ਅਸੀਂ ਲੋਕਾਂ ਨੂੰ ਸਿਖਾ ਸਕਦੇ ਹਾਂ ਕਿ ਡਿਪਰੈਸ਼ਨ ਉੱਤੇ ਕਿਵੇਂ ਕਾਬੂ ਪਾਇਆ ਜਾਵੇ। ਇਸ ਲਈ ਕਿਹਾ ਜਾ ਸਕਦਾ ਹੈ ਕਿ ਕਿਸੇ ਹੋਰ ਨੇ ਤੁਹਾਨੂੰ ਉਦਾਸੀਨ ਹੋਣਾ ਸਿਖਾਇਆ ਹੋਵੇ। ਜਦ ਕਿਸੇ ਵੀ ਕਾਰਨ ਤੁਹਾਡੀ ਹਾਲਤ ਵਿਗੜ ਜਾਵੇ ਤਾਂ ਤੁਸੀਂ ਸੁਭਾਵਿਕ ਰੂਪ ਵਿੱਚ ਜੋ ਕੁਝ ਜਾਣਦੇ ਹੋ ਕਰ ਸਕਦੇ ਹੋ, ਕਿਉਂਕਿ ਵਿਰਸੇ ਵਿੱਚੋਂ ਤੁਹਾਨੂੰ ਅਪੂਰਨ ਦਿਮਾਗ ਮਿਲਿਆ ਹੈ ਅਤੇ ਤੁਹਾਡੇ ਆਲੇ ਦੁਆਲੇ ਦੇ ਸਾਰੇ ਲੋਕਾਂ, ਜਿਨ੍ਹਾਂ ਦੇ ਦਿਮਾਗ ਵੀ ਅਪੂਰਨ ਹੀ ਹਨ, ਨੇ ਤੁਹਾਨੂੰ ਉਦਾਸੀਨ ਰਹਿਣਾ ਹੀ ਸਿਖਾਇਆ ਹੈ। ਅਸਲ ਵਿੱਚ ਜਿੱਧਰ ਵੀ ਤੁਸੀਂ ਨਜ਼ਰ ਮਾਰੋ, ਪੱਤਰਕਾਵਾਂ ਉੱਤੇ, ਫਿਲਮਾਂ ਵਿੱਚ, ਟੈਲੀਵਿਜ਼ਨ ਉੱਤੇ ਅਤੇ ਜਿਸ ਨਾਲ ਵੀ ਤੁਸੀਂ ਗੱਲ ਕਰੋ, ਭਾਵੇਂ ਉਹ ਤੁਹਾਡੇ ਮਾਤਾ-ਪਿਤਾ, ਅਧਿਆਪਕ ਜਾਂ ਮਿੱਤਰ ਹੋਣ, ਉਹ ਸਾਰੇ ਤੁਹਾਨੂੰ ਮਨ ਸੰਤਾਪੀ ਬਣਾਉਣਗੇ, ਜਿਸ ਦਾ ਤੁਹਾਨੂੰ ਪਤਾ ਹੀ ਨਹੀਂ ਲੱਗੇਗਾ। ਉਹਨਾਂ ਤੁਹਾਨੂੰ ਪੂਰੀ ਤਰ੍ਹਾਂ ਉਦਾਸੀਨ ਬਣਾ ਦਿੱਤਾ ਹੈ ਅਤੇ ਇਹ ਹੁਣ ਤੁਸੀਂ ਵੇਖਣਾ ਹੈ ਕਿ ਤੁਸੀਂ ਇਸ ਸਥਿਤੀ ਵਿੱਚੋਂ ਕਿਵੇਂ ਨਿਕਲਣਾ ਹੈ। ਤੁਹਾਨੂੰ ਸੋਚਣ ਦੇ ਨਵੇਂ ਢੰਗ ਸਿੱਖਣੇ ਹੋਣਗੇ। ਲੋਕਾਂ ਅਤੇ ਹਾਦਸਿਆਂ ਪ੍ਰਤੀ ਆਪਣਾ ਰਵੱਈਆ ਬਦਲਣਾ ਹੋਵੇਗਾ। ਇਹ ਕਿਵੇਂ ਸੰਭਵ ਹੋਵੇ? ਇਹ ਤਾਂ ਹੀ ਮੁਮਕਿਨ ਹੈ ਜੇਕਰ ਇਸ ਨੂੰ ਇੱਕ ਵਿਸ਼ੇ ਵਾਂਗ ਵਿਚਾਰਿਆ ਜਾਵੇ। ਇੱਕ ਵਿਸ਼ੇ ਅਰਥਾਤ ਜਿਓਮੈਟਰੀ, ਇਤਿਹਾਸ ਜਾਂ ਕਲਾ ਵਾਂਗ ਇਸ ਦਾ ਵੀ ਅਧਿਐਨ ਕੀਤਾ ਜਾਵੇ। ਆਪਣੇ ਮਨੋਵਿਗਿਆਨੀ ਦੁਆਰਾ ਦਿੱਤੀ ਗਈ ਸਲਾਹ ਨੂੰ ਤੁਸੀਂ ਚੰਗੇ ਜੀਵਨ ਦੀ ਜਾਂਚ ਲਈ ਇੱਕ ਕੋਰਸ ਸਮਝੋ। ਐਵੇਂ ਸਮਝੋ ਜਿਵੇਂ ਕਿ ਕੋਈ ਅਧਿਆਪਕ ਤੁਹਾਨੂੰ ਪੜ੍ਹਨ ਲਈ ਕੋਈ ਪਾਠ ਦਿੰਦਾ ਹੈ, ਤੁਹਾਨੂੰ ਜਮਾਤ ਦਫ਼ਤਰ ਵਿੱਚ ਆਉਣ ਲਈ ਕਹਿੰਦਾ ਹੈ ਅਤੇ ਉਹ ਇੱਕ ਵਿਦਿਆਰਥੀ ਜਾਂ ਬਥੇਰਿਆਂ ਨੂੰ ਪੜ੍ਹਾ ਰਿਹਾ ਹੈ। ਜੋ ਕੁਝ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਉਹ ਇਹ ਹੈ ਕਿ ਤੁਸੀਂ ਇਹ ਮਹਿਸੂਸ ਕਰਨਾ ਛੱਡ ਦਿਓ ਕਿ ਉਦਾਸ ਹੋਣ ਕਾਰਨ ਤੁਸੀਂ ਹੋਰਨਾਂ ਨਾਲੋਂ ਕਿਸੇ ਤਰ੍ਹਾਂ ਵੱਖਰੀ ਕਿਸਮ ਦੇ ਹੋ। ਤੁਸੀਂ ਬਿਲਕੁਲ ਉਹੀ ਕੁਝ ਬਣੇ ਹੋ ਜਿਵੇਂ ਕਿ ਤੁਹਾਨੂੰ ਬਣਾਇਆ ਗਿਆ ਹੈ, ਬਿਲਕੁਲ ਉਸੇ ਹੀ ਤਰ੍ਹਾਂ ਜਿਵੇਂ ਕਿ ਤੁਹਾਡੀ ਮਾਤ ਭਾਸ਼ਾ ਤੁਹਾਨੂੰ ਸਿਖਾਈ ਗਈ ਹੈ। ਪਰ ਜੋ ਕੁਝ ਤੁਸੀਂ ਸਿੱਖਿਆ ਸਭ ਬਕਵਾਸ ਸੀ, ਪਰ ਤੁਸੀਂ ਉਸ ਨੂੰ ਸਿੱਖਿਆ ਬੜੀ ਚੰਗੀ ਤਰ੍ਹਾਂ। ਜਦ ਤੁਸੀਂ ਅਜਿਹਾ ਸਭ ਕੁਝ ਸਿੱਖ ਸਕਦੇ ਹੋ ਤਾਂ ਕਿ ਕਿਸੇ ਚੰਗੀ ਤਬਦੀਲੀ ਲਈ ਕੁਝ ਚੰਗੀਆਂ ਗੱਲਾਂ ਨਹੀਂ ਸਿੱਖ ਸਕਦੇ? ਤੁਸੀਂ ਮੰਗ ਕੇ ਮਨ ਸੰਤਾਪੀ ਵਿਚਾਰ ਇਕੱਠੇ ਕਰ ਲਏ ਹਨ। ਚੰਗੇ ਵਿਚਾਰ ਬਣਾਉਣਾ ਵੀ ਤੁਹਾਡੇ ਆਪਣੇ ਅਖਤਿਆਰ ਵਿੱਚ ਹੈ। ਜਿਤਨਾ ਆਸਾਨ ਇਹ ਜਾਪਦਾ ਹੈ ਉਤਨਾ ਆਸਾਨ ਇਹ ਹੈ ਨਹੀਂ, ਪਰ ਇਹ ਕੀਤਾ ਜਾ ਸਕਦਾ ਹੈ। ਇਸ ਵਿਸ਼ੇ ਸੰਬੰਧੀ ਪੁਸਤਕ ਤੁਹਾਡੀਆਂ ਡਿਪਰੈਸ਼ਨ ਦੀਆਂ ਆਦਤਾਂ ਤੋਂ ਕਿਸੇ ਹੱਦ ਤੱਕ ਤੁਹਾਡਾ ਛੁਟਕਾਰਾ ਕਰਵਾ ਸਕਦੀ ਹੈ। ਉਹ ਪੁਸਤਕ ਤੁਹਾਨੂੰ ਦੱਸ ਸਕਦੀ ਹੈ ਕਿ ਤੁਸੀਂ
ਕੀ ਕੁਝ ਗਲਤ ਕਰ ਰਹੇ ਹੋ ਅਤੇ ਤੁਹਾਨੂੰ ਦੱਸ ਸਕਦੀ ਹੈ ਕਿ ਸੋਚਣ ਦੀ ਕਿਹੜੀ ਆਦਤ ਤੁਹਾਨੂੰ ਨੁਕਸਾਨ ਪਹੁੰਚਾ ਰਹੀ ਹੈ ਅਤੇ ਉਹਨਾਂ ਦੀ ਥਾਵੇਂ ਤੁਸੀਂ ਕਿਹੜੀਆਂ ਨਵੀਆਂ ਆਦਤਾਂ ਪਾਓ। ਇਹ ਸੁਝਾਅ ਦੇਣਾ ਗਲਤ ਹੋਵੇਗਾ ਕਿ ਹਰ ਇੱਕ ਕਿਸਮ ਦੀ ਡਿਪਰੈਸ਼ਨ ਸੰਬੰਧੀ ਉਦਾਸੀ ਕਿਤਾਬ ਪੜ੍ਹਨ ਨਾਲ ਦੂਰ ਕੀਤੀ ਜਾ ਸਕਦੀ ਹੈ, ਕਿਉਂਕਿ ਡਿਪਰੈਸ਼ਨ ਦੀਆਂ ਵੀ ਕਈ ਅਵਸਥਾਵਾਂ ਹੋ ਸਕਦੀਆਂ ਹਨ। ਕੋਈ ਇਸ ਕਰਕੇ ਵੀ ਉਦਾਸ ਹੋ ਸਕਦਾ ਹੈ ਕਿ ਜਿਸ ਟੈਲੀਫੋਨ ਕਾਲ ਦਾ ਉਸ ਨੂੰ ਇੰਤਜ਼ਾਰ ਹੈ ਉਹ ਅਜੇ ਤੱਕ ਨਹੀਂ ਆਈ, ਅਤੇ ਕੋਈ ਕਾਰ ਹਾਦਸੇ ਕਾਰਨ ਇਸ ਕਰਕੇ ਦੁਖੀ ਹੈ ਕਿ ਉਸ ਨੂੰ ਹਸਪਤਾਲ ਅਤੇ ECT ਵਿੱਚ ਕੁਝ ਸਮਾਂ ਗੁਜ਼ਾਰਨਾ ਹੋਵੇਗਾ। ਇਹ ਪੁਸਤਕ ਇਸ ਸੰਬੰਧੀ ਸਧਾਰਨ ਸਮੱਸਿਆਵਾਂ ਸੁਲਝਾਵੇਗੀ, ਪਰ ਇਹ ਵਧੇਰੇ ਉਦਾਸੀਨ ਲੋਕਾਂ ਦੀ ਵੀ ਮਦਦ ਕਰ ਸਕੇਗੀ। ਕਿਸੇ ਕਠਿਨ ਸਮੱਸਿਆ ਨੂੰ ਪੂਰੀ ਤਰ੍ਹਾਂ ਸੁਲਝਾ ਨਾ ਸਕਣ 'ਤੇ ਵੀ ਉਸ ਨੂੰ ਕੁਝ ਆਸਾਨ ਬਣਾ ਦੇਣਾ ਵੀ ਕਾਫੀ ਹੈ। ਅਤੇ ਕੀ ਇਹ ਜ਼ਿਆਦਾ ਬਿਹਤਰ ਨਹੀਂ ਹੈ ਕਿ ਸਾਨੂੰ ਪਤਾ ਲੱਗ ਜਾਵੇ ਕਿ ਅਸੀਂ ਉਦਾਸੀਨ ਕਿਉਂ ਹੋ ਜਾਂਦੇ ਹਾਂ ਅਤੇ ਇਸ ਨੂੰ ਕਿਵੇਂ ਘਟਾਇਆ ਜਾ ਸਕਦਾ ਹੈ। ਕਈ ਵਾਰ ਡਿਪਰੈਸ਼ਨ ਦਾ ਕਾਰਨ ਮਾਨਸਿਕ ਨਾ ਹੋ ਕੇ ਸਰੀਰਕ ਹੁੰਦਾ ਹੈ। ਸਰੀਰਕ ਰੋਗ ਦਾ ਇਲਾਜ ਆਪਣੇ ਫੈਮਿਲੀ ਡਾਕਟਰ ਪਾਸੋਂ ਕਰਵਾਓ। ਕਈ ਵਾਰ ਪ੍ਰਤੱਖ ਕਾਰਨ ਨਾ ਹੋਣ 'ਤੇ ਵੀ ਤੁਹਾਡਾ ਉਦਾਸੀਨ ਹੋ ਜਾਣਾ, ਦਿਮਾਗ ਅੰਦਰ ਬਾਇਓਜੈਨਿਕ ਐਮਈਨਸ ਦੇ ਪੱਧਰ ਵਿੱਚ ਤਬਦੀਲੀ ਹੋ ਜਾਣਾ ਜਾਂ ਜਲ ਅਤੇ ਇਲੈਕਟ੍ਰੋਲਾਈਟਸ ਦੇ ਸੰਤੁਲਨ ਵਿੱਚ ਅੰਤਰ ਆ ਜਾਣਾ ਜਾਂ ਲਹੂ ਸ਼ੱਕਰ ਘਾਟ ਰੋਗ ਕਾਰਨ ਹੋ ਸਕਦਾ ਹੈ। ਇਸ ਦਾ ਅਰਥ ਹੈ ਕਿ ਖੂਨ ਵਿੱਚ ਗਲੂਕੋਜ਼ ਨਾਂ ਦੀ ਉਹ ਖੁਰਾਕ ਜਿਸ ਦੀ ਲੋੜ ਸਰੀਰ ਦੇ ਹਰ ਇੱਕ ਸੈੱਲ ਨੂੰ ਹੁੰਦੀ ਹੈ ਦੀ ਕਮੀ ਹੈ। ਲਹੂ ਸ਼ੱਕਰ ਘਾਟ ਰੋਗੀ ਬੇਚੈਨ, ਸੁਸਤ, ਚਿੜਚਿੜਾ ਜਾਂ ਉਦਾਸੀਨ ਅਨੁਭਵ ਕਰਦਾ ਹੈ। ਕੁਝ ਇੱਕ ਵਿਦਵਾਨਾਂ ਦਾ ਵਿਚਾਰ ਹੈ ਕਿ ਉਹ ਵਿਅਕਤੀ ਜਿਨ੍ਹਾਂ ਨੂੰ ਮਾਨਸਿਕ ਸ਼ਿਥਿਲਤਾ, ਸ਼ਾਈਜ਼ੋਫਰੀਨੀਆ ਜਾਂ ਜਿਨ੍ਹਾਂ ਵਿੱਚ ਐਲਕੋਹਲ ਦੀ ਮਾਤਰਾ ਵੱਧ ਹੁੰਦੀ ਹੈ, ਉਹਨਾਂ ਸਾਰਿਆਂ ਦੇ ਲਹੂ ਵਿੱਚ ਸ਼ੱਕਰ ਦੀ ਕਮੀ ਹੁੰਦੀ ਹੈ। ਜੇ ਤੁਹਾਨੂੰ ਸ਼ੱਕ ਹੈ ਕਿ ਤੁਸੀਂ ਘੱਟ ਲਹੂ ਸ਼ੱਕਰ ਵਾਲੇ ਖਾਨੇ ਵਿੱਚ ਆਉਂਦੇ ਹੋ ਤਾਂ ਆਪਣੇ ਡਾਕਟਰ ਕੋਲ ਜਾਓ ਅਤੇ ਪਰਖ ਕਰਵਾਓ। ਪਰ ਜੇ ਤੁਸੀਂ ਆਪਣੇ ਜਾਣਨ ਵਿੱਚ ਕਿਸੇ ਚੀਜ਼ 'ਤੇ ਸ਼ੱਕ ਕਰ ਸਕਦੇ ਹੋ ਜਿਸ ਨੇ ਤੁਹਾਡੇ ਵਿੱਚ ਡਿਪਰੈਸ਼ਨ ਆਰੰਭ ਕੀਤੀ ਹੈ, ਫਿਰ ਸ਼ਾਇਦ ਤੁਹਾਡਾ ਮਾਮਲਾ ਮਨੋਵਿਗਿਆਨਿਕ ਡਿਪਰੈਸ਼ਨ ਦਾ ਹੈ ਅਤੇ ਤੁਹਾਨੂੰ ਅੱਗੇ ਪੜ੍ਹਦੇ ਰਹਿਣਾ ਚਾਹੀਦਾ ਹੈ। ਡਿਪਰੈਸ਼ਨ ਦੇ 3 ਕਾਰਨ। ਫਸਟ, ਆਤਮ ਦੋਸ਼। ਜੇਕਰ ਤੁਸੀਂ ਲਗਾਤਾਰ ਆਪਣੀ ਆਲੋਚਨਾ ਕਰਦੇ ਆ ਰਹੇ ਹੋ, ਆਪਣੇ ਆਪ ਨੂੰ ਨਫ਼ਰਤ ਕਰਦੇ ਹੋ, ਸੋਚਦੇ ਹੋ ਕਿ ਤੁਸੀਂ ਸਭ ਤੋਂ ਘਟੀਆ ਹੋ, ਤਾਂ ਨਿਸ਼ਚੇ ਹੀ ਤੁਸੀਂ ਉਦਾਸੀਨ ਹੋ ਜਾਵੋਗੇ। ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਆਪਣੇ ਆਪ ਨੂੰ ਕਿਉਂ ਦੋਸ਼ੀ ਸਮਝਦੇ ਹੋ, ਜਦ ਤੱਕ ਕਿ ਤੁਸੀਂ ਇਵੇਂ ਕਰਨਾ ਛੱਡ ਨਹੀਂ ਦਿੰਦੇ। ਹੋ ਸਕਦਾ ਹੈ ਕਿ ਤੁਹਾਨੂੰ ਤਰੱਕੀ ਨਾ ਮਿਲੀ ਹੋਵੇ, ਤੁਸੀਂ ਸਾਲਾਨਾ ਤੀਰ ਅੰਦਾਜ਼ੀ ਚੈਂਪੀਅਨਸ਼ਿਪ ਨਾ ਜਿੱਤ ਸਕੇ ਹੋਵੋ, ਜਾਂ ਸਿਰਫ ਕੋਈ ਤੁਹਾਨੂੰ ਹੈਲੋ ਨਾ ਕਰਕੇ ਗਿਆ ਹੋਵੇ। ਆਪਣੇ ਆਪ ਨੂੰ ਤੁਸੀਂ ਦੋਸ਼ੀ ਸਮਝ ਲਵੋ ਤਾਂ ਤੁਸੀਂ ਉਦਾਸ ਹੋ ਜਾਵੋਗੇ, ਅਤੇ ਜੇਕਰ ਤੁਸੀਂ ਆਪਣੇ ਆਪ ਨੂੰ ਹੋਰ ਵਧੇਰੇ ਦੋਸ਼ੀ ਸਮਝਣ ਲੱਗ ਪਏ ਤਾਂ ਤੁਸੀਂ ਇੱਕਦਮ ਬੇਚੈਨ ਹੋ ਜਾਵੋਗੇ। ਹੋ ਸਕਦਾ ਹੈ ਰੋਣ ਵੀ ਲੱਗ ਪਵੋ, ਚੁੱਪ ਅਤੇ ਮੂਡੀ ਹੋ ਜਾਵੋ, ਅਤੇ ਹੋ ਸਕਦਾ ਹੈ ਕਿ ਤੁਸੀਂ ਨੇੜੇ ਦੇ ਦਰਿਆ ਵਿੱਚ ਛਾਲ ਮਾਰਨ ਦੀ ਵੀ ਸੋਚੋ। ਜੇਕਰ ਤੁਸੀਂ ਆਪਣੇ ਆਪ ਨੂੰ ਘੱਟ ਦੋਸ਼ੀ ਸਮਝੋਗੇ ਤਾਂ ਥੋੜੀ ਬੇਚੈਨੀ ਮਹਿਸੂਸ ਕਰੋਗੇ ਅਤੇ ਮੂਡੀ ਬਣ ਜਾਵੋਗੇ। ਇਹ ਸਥਿਤੀ ਇਤਨੀ ਖਤਰਨਾਕ ਨਹੀਂ ਹੈ, ਪਰ ਇਸ ਨਾਲ ਤੁਹਾਡਾ ਸ਼ਾਮ ਦਾ ਮਨੋਰੰਜਨ ਖਰਾਬ ਹੋ ਸਕਦਾ ਹੈ, ਕਿਸੇ ਪਾਰਟੀ ਜਾਂ ਮਿਲਣੀ ਨੂੰ ਖਰਾਬ ਕਰ ਸਕਦਾ ਹੈ, ਤੇ ਤੁਹਾਡੇ ਆਲੇ ਦੁਆਲੇ ਦੇ ਲੋਕ ਨਾ ਖੁਸ਼ ਹੋ ਸਕਦੇ ਹਨ। ਡਿਪਰੈਸ਼ਨ ਦਾ ਦੂਸਰਾ ਕਾਰਨ ਆਤਮ ਦਇਆ। ਉਦਾਸੀਨ ਹੋਣ ਦਾ ਇੱਕ ਹੋਰ ਕਾਰਨ ਆਪਣੇ ਆਪ 'ਤੇ ਅਫਸੋਸ ਕਰਨਾ ਹੈ। ਜਦ ਤੁਹਾਡੇ ਨਾਲ ਕੋਈ ਠੀਕ ਤਰ੍ਹਾਂ ਵਰਤਾਓ ਨਾ ਕਰੇਗਾ ਤਾਂ ਤੁਸੀਂ ਆਪਣੇ ਆਪ 'ਤੇ ਅਫਸੋਸ ਕਰਕੇ ਉਦਾਸੀਨ ਹੋ ਜਾਵੋਗੇ। ਹਮਦਰਦੀ ਹਾਸਲ ਕਰਨ ਲਈ ਤੁਸੀਂ ਮੂੰਹ ਲਟਕਾ ਲਵੋਗੇ ਅਤੇ ਇਸੇ ਤਰ੍ਹਾਂ ਤੁਸੀਂ ਉਦਾਸੀਨ ਹੋ ਜਾਵੋਗੇ। ਸੋਚੋ ਕਿ ਜ਼ਿੰਦਗੀ ਤੁਹਾਡੇ ਤੋਂ ਕੁਝ ਮੰਗ ਕਰਦੀ ਹੈ, ਅਤੇ ਜਦ ਤੁਸੀਂ ਇਹ ਸੋਚੋਗੇ ਕਿ ਜੀਵਨ ਕਿਤਨਾ ਦੁਖਦਾਈ ਹੈ ਤਾਂ ਹੋ ਸਕਦਾ ਹੈ ਕਿ ਤੁਸੀਂ ਉਦਾਸੀਨ ਹੋ ਜਾਵੋ। ਲੱਖਾਂ ਹੀ ਲੋਕਾਂ ਲਈ ਇਹ ਇੱਕ ਬੜੀ ਹੈਰਾਨੀ ਵਾਲੀ ਗੱਲ ਹੋਵੇਗੀ, ਪਰ ਉਹਨਾਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਦੂਜਿਆਂ ਤੋਂ ਕਿਸੇ ਚੰਗੇ ਵਤੀਰੇ ਦੀ ਆਸ ਕਰਨਾ, ਸਾਡੀ ਮਿਹਰਬਾਨੀ ਦਾ ਬਦਲਾ ਮਿਹਰਬਾਨੀ ਵਿੱਚ ਕਿਆਸਣਾ ਅਤੇ ਦੁਨੀਆ ਵਧੀਆ ਜਿਉਣ ਲਈ ਇੱਕ ਬਹੁਤ ਵਧੀਆ ਥਾਂ ਹੋਵੇ, ਇੱਕ ਪਾਗਲਪਨ ਹੀ ਹੋਵੇਗਾ। ਜੇਕਰ ਅਸੀਂ ਇੱਕ ਅਰਥਹੀਨ ਗੱਲ ਵਿੱਚ ਵਿਸ਼ਵਾਸ ਕਰ ਲਵਾਂਗੇ ਤਾਂ ਅਸੀਂ ਨਿਸ਼ਚੇ ਹੀ ਉਦਾਸੀਨ ਹੋ ਜਾਵਾਂਗੇ, ਅਤੇ ਸਭ ਕੁਝ ਸਾਡੀ ਇੱਛਾ ਅਨੁਸਾਰ ਨਾ ਹੋਣ 'ਤੇ ਅਸੀਂ ਦੁਖੀ ਹੋਵਾਂਗੇ
ਅਤੇ ਸਾਨੂੰ ਗੁੱਸਾ ਆ ਜਾਵੇਗਾ। ਜੇਕਰ ਤੁਸੀਂ ਉਦਾਸੀਨਤਾ ਤੋਂ ਬਚਣਾ ਚਾਹੁੰਦੇ ਹੋ ਤਾਂ ਤੁਹਾਨੂੰ ਇਹ ਸਿੱਖਣਾ ਪਵੇਗਾ ਕਿ ਤੁਹਾਡੇ ਪਿਆਰ ਭਰੇ ਵਤੀਰੇ ਦੇ ਬਦਲੇ ਤੁਹਾਡੇ ਨਾਲ ਗਲਤ ਅਤੇ ਭੈੜਾ ਵਤੀਰਾ ਹੋਣਾ ਇੱਕ ਅਸੂਲ ਹੈ ਅਤੇ ਚੰਗੇ ਵਤੀਰੇ ਦੀ ਆਸ ਨਹੀਂ ਕਰਨੀ ਚਾਹੀਦੀ। ਜਦੋਂ ਤੁਸੀਂ ਇਸ ਤਰ੍ਹਾਂ ਸਮਝ ਲਵੋਗੇ ਕਿ ਦੁਨੀਆ ਦਾ ਤਾਂ ਢੰਗ ਹੀ ਇਸ ਤਰ੍ਹਾਂ ਦਾ ਹੈ ਤਾਂ ਉਸੇ ਸਮੇਂ ਤੋਂ ਤੁਸੀਂ ਸੁਖੀ ਹੋ ਜਾਵੋਗੇ। ਡਿਪਰੈਸ਼ਨ ਦਾ ਤੀਸਰਾ ਕਾਰਨ ਹੋਰ ਤਰਸ। ਜਿਸ ਤਰ੍ਹਾਂ ਆਪਣੀ ਲੱਤ ਟੁੱਟ ਜਾਣ 'ਤੇ ਤੁਸੀਂ ਉਦਾਸੀਨ ਹੋ ਜਾਓਗੇ, ਇਸੇ ਤਰ੍ਹਾਂ ਹੋਰ ਕਿਸੇ ਦੀ ਲੱਤ ਟੁੱਟ ਜਾਣ 'ਤੇ ਵੀ ਹੋ ਜਾਓਗੇ, ਕਿਉਂਕਿ ਦੁਨੀਆ ਵਿੱਚ ਅਣਗਿਣਤ ਦੁੱਖ ਹਨ। ਇਸ ਲਈ ਆਪਣੇ ਪਰਿਵਾਰ ਦੇ ਜੀਆਂ ਤੋਂ ਇਲਾਵਾ ਹੋਰਨਾਂ ਲੱਖਾਂ ਲੋਕਾਂ ਦਾ ਦੁੱਖ ਵੰਡਾਉਣ ਦੇ ਅਨੇਕਾਂ ਮੌਕੇ ਹਨ। ਉਹਨਾਂ ਦੇ ਦੁੱਖ ਅਤੇ ਸੰਤਾਪ ਕਿਤਨੇ ਸੱਚੇ ਅਤੇ ਕਰੁਣਾਤਮਕ ਹਨ। ਪਰ ਜੇਕਰ ਤੁਸੀਂ ਕਿਸੇ ਲੰਗੜੇ ਬੱਚੇ, ਕਿਸੇ ਅਜਿਹੇ ਆਦਮੀ ਜਿਸ ਦਾ ਘਰ ਸੜ ਗਿਆ ਹੋਵੇ ਉੱਤੇ ਤਰਸ ਖਾਓਗੇ ਤਾਂ ਤੁਸੀਂ ਉਵੇਂ ਉਦਾਸੀਨ ਹੋ ਜਾਵੋਗੇ ਜਿਵੇਂ ਕਿ ਤੁਸੀਂ ਆਪਣੇ ਆਪ ਨੂੰ ਦੋਸ਼ੀ ਮਹਿਸੂਸ ਕਰ ਰਹੇ ਹੋਵੋ ਜਾਂ ਖੁਦ ਤੇ ਤਰਸ ਖਾ ਰਹੇ ਹੋਵੋ। ਇਹ ਡਿਪਰੈਸ਼ਨ ਵੀ ਉਸੇ ਕਿਸਮ ਦਾ ਹੋਵੇਗਾ ਅਤੇ ਉਸ ਤੋਂ ਵੀ ਤੁਹਾਨੂੰ ਉਤਨਾ ਹੀ ਦੁੱਖ ਹੋਵੇਗਾ, ਭਾਵੇਂ ਕਿ ਇਸ ਦਾ ਕਾਰਨ ਕੁਝ ਵੀ ਹੋਵੇ। ਇਸ ਤੋਂ ਤੁਹਾਨੂੰ ਸਿਰਫ ਤਕਲੀਫ ਹੀ ਪਹੁੰਚੇਗੀ। ਮੇਰੇ ਵਿਚਾਰ ਅਨੁਸਾਰ ਇਹਨਾਂ ਤਿੰਨਾਂ ਕਾਰਨਾਂ ਕਰਕੇ ਲੋਕ ਉਦਾਸੀਨ ਹੋ ਜਾਂਦੇ ਹਨ। ਅਗਲੇ ਪੰਨਿਆਂ ਵਿੱਚ ਤੁਸੀਂ ਇਹ ਜਾਣ ਸਕੋਗੇ ਕਿ ਤੁਸੀਂ ਆਪਣੇ ਆਪ ਨੂੰ ਦੋਸ਼ ਕਿਉਂ ਦਿੰਦੇ ਹੋ ਅਤੇ ਸੋਚਦੇ ਹੋ ਕਿ ਤੁਹਾਨੂੰ ਇਵੇਂ ਕਰਨ ਦਾ ਹੱਕ ਹਾਸਿਲ ਹੈ। ਤੁਸੀਂ ਆਪਣੇ ਆਪ 'ਤੇ ਤਰਸ ਕਿਉਂ ਖਾਂਦੇ ਹੋ ਅਤੇ ਇਵੇਂ ਕਰਦੇ ਹੋਏ ਆਪਣੇ ਆਪ ਨੂੰ ਠੀਕ ਅਤੇ ਉਚਿਤ ਸਮਝਦੇ ਹੋ ਅਤੇ ਤੁਸੀਂ ਦੂਜਿਆਂ 'ਤੇ ਤਰਸ ਕਿਉਂ ਕਰਦੇ ਹੋ ਅਤੇ ਦੁਖੀ ਕਿਉਂ ਹੁੰਦੇ ਹੋ। ਇਸ ਤੋਂ ਇਲਾਵਾ ਤੁਸੀਂ ਇਹ ਵੀ ਸਿੱਖ ਸਕਦੇ ਹੋ ਕਿ ਤੁਸੀਂ ਕਿਉਂ ਗਲਤ, ਬੇਵਕੂਫ ਅਤੇ ਕਿਸੇ ਵੀ ਸਥਿਤੀ ਵਿੱਚ ਆਪਣੇ ਆਪ ਨਾਲ ਨਫ਼ਰਤ ਕਰਨ ਵਿੱਚ ਬਿਲਕੁਲ ਗਲਤ ਹੋ। ਆਪਣੇ ਆਪ ਉੱਤੇ ਤਰਸ ਕਰਨ ਨਾਲ ਤੁਸੀਂ ਆਪਣੇ ਹੀ ਦੁਸ਼ਮਣ ਕਿਉਂ ਬਣ ਜਾਂਦੇ ਹੋ। ਦੂਜਿਆਂ ਉੱਤੇ ਤਰਸ ਕਰਕੇ ਤੁਸੀਂ ਉਹਨਾਂ ਦਾ ਆਤਮ ਵਿਸ਼ਵਾਸ ਕਿਵੇਂ ਘਟਾਉਂਦੇ ਹੋ। ਮੈਂ ਤੁਹਾਨੂੰ ਦੱਸਾਂਗਾ ਕਿ ਤੁਸੀਂ ਇਹਨਾਂ ਕਿਰਿਆਵਾਂ ਨੂੰ ਕਿਵੇਂ ਸਹੀ ਸਾਬਤ ਕਰਦੇ ਹੋ ਅਤੇ ਤੁਸੀਂ ਕਿਵੇਂ ਆਪਣੇ ਵਿਸ਼ਵਾਸਾਂ ਵਿੱਚ ਤਬਦੀਲੀ ਲਿਆ ਕੇ ਆਉਣ ਵਾਲੇ ਸਮੇਂ ਡਿਪਰੈਸ਼ਨ ਤੋਂ ਬਚ ਸਕਦੇ ਹੋ। ਇਸ ਲਈ ਜਿਹੜੇ ਲੋਕੀ ਉਦਾਸੀਨ ਰਹਿੰਦੇ ਹੋਣ ਉਹ ਇਸ ਪੁਸਤਕ ਨੂੰ ਪੜ੍ਹਨਾ ਜਾਰੀ ਰੱਖਣ। ਉਹਨਾਂ ਨੂੰ ਇਸ ਵਿੱਚੋਂ ਕੁਝ ਪ੍ਰਾਪਤੀ ਹੀ ਹੋਵੇਗੀ, ਨੁਕਸਾਨ ਹੋਣ ਦੀ ਕੋਈ ਸੰਭਾਵਨਾ ਨਹੀਂ। ਫਰੈਂਡਸ, ਇਹ ਸੀ ਇਸ ਡਿਪਰੈਸ਼ਨ ਪੁਸਤਕ ਦਾ ਪਹਿਲਾ ਅਧਿਆਇ। ਦੂਸਰਾ ਅਧਿਆਇ ਹੈ ਆਤਮਦੋਸ਼, ਜੋ ਕਿ ਅਸੀਂ ਆਪਣੇ ਨੈਕਸਟ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ। ਥੈਂਕ ਯੂ ਸੋ ਮਚ। ਮਿਲਦੇ ਹਾਂ ਅਸੀਂ ਆਪਣੇ ਅਗਲੇ ਵੀਡੀਓ ਵਿੱਚ।